7-8 ਵਾਰੀ ਸਮਝਾਤਾ ਜੀ, ਇੱਕ ਵਾਰ ਨਹੀਂ ਗਾ। ਇਹਦੇ ਮਾਂ ਬਾਪਾਂ ਨੂੰ ਤਲਾਕ ਕਰੀ ਜੀ, ਮੇਰੀ ਇੱਕ ਨਹੀਂ ਸੁਣੀ ਜੀ ਉਹਨਾਂ ਨੇ। ਠੀਕ ਹੈ ਜੀ। ਛੇਕਰ ਨੂੰ ਜਦ ਮੈਨੂੰ ਆਖਿਆ ਵੀ ਤੇਰੇ ਮਾਂ ਬਾਪਾਂ ਨੂੰ ਬੁਲਾ, ਇਹਦੇ ਮਾਂ ਬਾਪ ਉਲਟਾ ਮੈਨੂੰ ਕਹਿੰਦੇ ਚੱਲ, ਕਹਿੰਦਾ ਥਾਣੇ 'ਚ। ਉਦੋਂ ਬਾਅਦ ਮੇਰੇ ਸਹੁਰਿਆਂ ਵੱਲੋਂ ਧਮਕੀ ਆਉਂਦੀ ਹੈ ਜੀ, ਅਤੇ ਕਹਿੰਦੇ ਤੈਨੇ ਕਹਿੰਦਾ ਜੇ ਮੇਰੇ ਮੁੰਡਿਆਂ ਨਾਮ ਕਢਾਇਆ, ਕਹਿੰਦਾ ਤੈਨੂੰ ਅੱਗ ਲਾ ਕੇ ਫੂਕ ਦਾਂਗੇ ਤੈਨੂੰ। ਤੁਹਾਡੇ ਬਾਲ ਬੋਲ ਵੀ ਪੱਟੇ ਨੇ? ਹਾਂ ਜੀ, ਆਹ ਬਾਲ ਪੱਟੇ ਨੇ ਜੀ, ਮੇਰੀ ਪੱਗ ਲਾਹੀ ਹੈ ਜੀ। ਜਦ ਮੈਂ ਜੂੜਾ ਬਾਲ ਇਕੱਠੇ ਕਰੀ, ਮੇਰਾ ਬਾਲ ਫੜ ਕੇ ਜੀ ਘੜੀਸ ਕੇ ਪੱਗ ਲਾਹੀ ਹੈ ਮੇਰੀ ਇਹਨਾਂ ਨੇ। ਜਦ ਮੈਂ ਜੂੜਾ ਕਰਿਆ ਜੀ, ਉਦੋਂ ਬਾਅਦ ਮੇਰੇ ਬਾਲ ਨਿਕਲੇ, ਮੈਂ ਬਾਲ ਜਦੇ ਸਾਂਭ ਲਏ। ਉਲਟਾ ਤਾਂ ਮੈਨੂੰ ਕੱਟ ਵੱਢ ਕੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਦਾਖਲ ਹੋਇਆ ਉਹ ਵੀ ਪੰਮੇ ਨੇ ਸੱਟਾਂ ਮਾਰੀਆਂ, ਪੰਮੇ ਨੇ ਪਰਮਜੀਤ ਨੇ ਕਹਿ ਕੇ ਜੀ ਉਹਨਾਂ ਨੂੰ ਉੱਥੇ ਪਰਚਾ ਪਵਾਈ ਮੇਰੇ 'ਤੇ ਵੀ ਮੇਰਾ ਹੁਣ ਉਰੇ ਮੈਂ ਬੈਠਾ ਹੀ, ਮੈਂ ਦਿਹਾੜੀ ਕਰਦੇ, ਮੈਂ ਤਾਜ਼ਾ ਕਮਾਉਣਾ ਜੀ, ਤਾਜ਼ਾ ਖਾਣਾ। ਮੇਰੇ ਸਿਰ 'ਤੇ ਬਾਪ ਨਹੀਂ ਗਾ ਜੀ। ਠੀਕ ਹੈ ਜੀ। 3 ਜਵਾਕ ਨਹੀਂ, ਮੇਰੀ ਮਾਂ ਸਿੱਧਰੀ ਹੈ ਜੀ। ਮੇਰੀ ਮਾਂ ਨੂੰ ਕੁੰਡਾ ਲਾ ਕੇ ਬਾਹਰੋਂ ਇਹ ਮੇਰੀ ਬਹੂ ਜਾਂਦੀ ਸੀਗੀ। ਸੰਗਰੂਰ ਸ਼ਹਿਰ ਵਿੱਚ 2 ਧਿਰਾਂ ਦੀ ਲੜਾਈ ਵਿੱਚ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਲੜਾਈ ਵਿੱਚ ਪੀੜਤ ਨੌਜਵਾਨ ਬਿੰਦਰ ਸਿੰਘ ਮੁਤਾਬਿਕ ਉਸ ਨੂੰ ਪਰਮਜੀਤ ਸਿੰਘ ਪੰਮਾ ਅਤੇ ਉਸ ਦੇ 2 ਲੜਕਿਆਂ ਨੇ ਉਸ ਦੇ ਉੱਤੇ ਡਾਂਗਾਂ ਨਾਲ ਅਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੈ। ਕੁੱਟਮਾਰ ਦੌਰਾਨ ਜਿੱਥੇ ਉਸ ਦੇ ਸਰੀਰ ਦੇ ਉੱਤੇ ਨੀਲ ਪਾ ਦਿੱਤੇ ਨੇ, ਉੱਥੇ ਹੀ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਕੰਨ ਦੇ ਵੀ 2 ਟੁਕੜੇ ਕਰ ਦਿੱਤੇ ਗਏ ਅਤੇ ਉਸ ਦੀ ਪੱਗ ਲਾ ਕੇ ਉਸ ਦੇ ਬਾਲ ਵੀ ਪੁੱਟੇ ਗਏ, ਜਿਸ ਤੋਂ ਬਾਅਦ ਪੀੜਤ ਬਿੰਦਰ ਸਿੰਘ ਨੂੰ ਤੁਰੰਤ ਹੀ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਬਿੰਦਰ ਸਿੰਘ ਮੁਤਾਬਿਕ ਉਸ ਦੀ ਘਰਵਾਲੀ ਦਾ ਕਿਸੇ ਹੋਰ ਲੜਕੇ ਦੇ ਨਾਲ ਨਾਜਾਇਜ਼ ਸਬੰਧ ਹੈ, ਇਸ ਕਰਕੇ ਘਰ ਦੇ ਵਿੱਚ ਰੋਜ਼ਾਨਾ ਹੀ ਕਲੇਸ਼ ਰਹਿੰਦਾ ਸੀ। ਪਰਮਜੀਤ ਸਿੰਘ ਪੰਮਾ ਜੋ ਕਿ ਬਿੰਦਰ ਦਾ ਵਿਚੋਲਾ ਹੈ ਅਤੇ ਵਿਚੋਲਾ ਹੋਣ ਕਾਰਨ ਲੜਕੀ ਨੂੰ ਸਮਝਾਉਣ ਦੀ ਬਜਾਏ ਉਸਨੇ ਆਪਣੇ ਲੜਕਿਆਂ ਦੇ ਨਾਲ ਬਿੰਦਰ ਸਿੰਘ ਤੇ ਹੀ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰ ਦਿੱਤੀ। ਸੋ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ, ਪਰ ਹੁਣ ਤੱਕ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਸੋ ਇਸ ਮਾਮਲੇ ਸੰਬੰਧੀ ਪੀੜਤ ਬਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ, ਸੋ ਉਹਨਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਹੋਰ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਕੀ ਨਾਮ ਹੈ ਜੀ? ਬਲਵਿੰਦਰ ਸਿੰਘ ਆ ਜੀ ਮੇਰਾ ਨਾਮ। ਕਿੱਥੇ ਦੇ ਰਹਿਣ ਵਾਲੇ ਹੋ? ਮੈਂ ਸੰਗਰੂਰ ਦਾ ਰਹਿਣ ਵਾਲਾ ਜੀ, ਸੁਨਾਮੀ ਗੇਟ ਸੇਖੋਪੁਰਾ ਬਸਤੀ ਜੀ। ਤੁਸੀਂ ਹਸਪਤਾਲ 'ਚ ਦਾਖਲ ਹੋ, ਕੀ ਹੋਇਆ? ਮੇਰੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਜੀ। ਪਹਿਲਾਂ ਤਾਂ ਮੇਰੇ ਸਹੁਰੇ ਕੁੱਟ ਗਈ, ਮੇਰੀ ਜਨਾਨੀ ਦੇ ਗਲਤ ਸੰਬੰਧ ਸੀਗੇ। ਉਹਦਾ ਨਾਂ ਆਈ ਜਾਂਡੀ, ਬੱਬੂ ਆ ਉਹਦਾ ਨਾਂ ਪੱਕਾ ਜੀ। ਠੀਕ ਆ ਜੀ। ਇਹ ਉੱਥੇ ਮੁਹੱਲੇ ਦੀ ਰਹਿਣ ਵਾਲੇ ਹੀ ਲਵੇ ਆ ਬੀਹੀ 'ਚ। ਠੀਕ ਆ ਜੀ। ਇਹਨਾਂ ਦੀ ਗਾਹਾਂ ਜਿਹੜਾ ਮੇਰਾ ਬਹੂ ਦਾ ਮਾਸੜ ਆ ਜੀ, ਇਹਨਾਂ ਦੀ ਸਹਿ ਆ ਜੀ ਉਹਨੂੰ ਜੀ। ਉਹਨਾਂ ਦਾ ਕੀ ਨਾਮ ਹੈ? ਉਹਦਾ ਨਾਂ ਜੀ ਪਰਮਜੀਤ। ਠੀਕ ਹੈ ਜੀ। ਅਤੇ ਮੈਂ ਜਦ ਆਪਦੀ ਜਨਾਨੀ ਨੂੰ ਸਮਝਾਇਆ ਪਿਆਰ ਨਾਲ ਵੀ ਭਾਈ ਹਾਂ ਵੀ ਤੂੰ ਆਪਦਾ ਘਰ ਨਾ ਖਰਾਬ ਕਰ। 7-8 ਵਾਰੀ ਸਮਝਾਤਾ ਜੀ, ਇੱਕ ਵਾਰ ਨਹੀਂ ਗਾ। ਇਹਦੇ ਮਾਂ ਬਾਪਾਂ ਨੂੰ ਤਲਾਕ ਕਰੀ ਜੀ, ਮੇਰੀ ਇੱਕ ਨਹੀਂ ਸੁਣੀ ਜੀ ਉਹਨਾਂ ਨੇ। ਠੀਕ ਹੈ ਜੀ। ਛੇਕਰ ਨੂੰ ਜਦ ਮੈਨੂੰ ਆਖਿਆ ਵੀ ਤੇਰੇ ਮਾਂ ਬਾਪਾਂ ਨੂੰ ਬੁਲਾ, ਇਹਦੇ ਮਾਂ ਬਾਪ ਉਲਟਾ ਮੈਨੂੰ ਕਹਿੰਦੇ ਚੱਲ, ਕਹਿੰਦਾ ਥਾਣੇ 'ਚ। ਮੈਂ ਚਲੋ ਜੀ, ਆਪਾਂ ਕਿਹੜਾ ਕਾਣੇ ਆ ਜੀ। ਮੇਰੇ ਲੈ ਗਏ ਥਾਣੇ, ਮੈਂ ਦਰਖਾਸਤ ਦੇ ਦਿੱਤੀ, ਉਹਨਾਂ ਨੇ ਦੇ ਦਿੱਤੀ ਜੀ। ਠੀਕ ਆ ਜੀ। ਦਰਖਾਸਤ ਦਿੱਤੀ ਜੀ। ਫਿਰ ਮੈਂ SHO ਨੂੰ ਜੀ, SSP ਦੇ ਜੀ। ਮੇਰੀ ਹਾਲ ਤੱਕ ਸੁਣਵਾਈ ਨਹੀਂ ਹੋਈ ਹੈਗੀ ਜੀ। ਠੀਕ ਆ ਜੀ। ਆਹ ਦਰਖਾਸਤਾਂ ਪਈਆਂ ਨੇ 2। ਲੜਾਈ ਦੌਰਾਨ ਕਿੱਥੇ ਕਿੱਥੇ ਸੱਟਾਂ ਲੱਗੀਆਂ ਨੇ? ਲੜਾਈ ਦੌਰਾਨ ਜੀ ਮੇਰੇ ਲੱਤਾਂ ਕੁੱਟੀਆਂ ਪਈਆਂ ਨੇ ਜੀ। ਅਤੇ ਆਹ ਕੰਨ ਪਾੜਿਆ ਪਿਆ ਜੀ ਵਿਚਾਲੋਂ ਕਿਰਪਾਨ ਨਾਲ ਹੀ। ਆਹ ਦੇਖੋ ਜੀ। ਅਤੇ ਉਦੋਂ ਬਾਅਦ ਹੀ ਇਹਨਾਂ ਨੇ ਆਹ ਇੱਧਰ ਪਿੱਠ 'ਤੇ ਨੇ ਜੀ। ਲੱਤਾਂ ਮੇਰੀਆਂ ਦੇਖੋ ਜੀ, ਲੱਤਾਂ 'ਤੇ ਲੀਲ ਪਾਏ ਪਏ ਨੇ ਜੀ ਡਾਂਗਾਂ ਨਾਲ ਜੀ। ਕਿੰਨੇ ਕੁ ਬੰਦੇ ਤੇ ਕੁੱਟਣ ਵਾਲੇ? ਇਹ 3 ਬਾਪ ਪੁੱਤ ਸੀਗੇ। ਇੱਕ ਦਾ ਨਾਂ ਪਰਮਜੀਤ ਸੀਗਾ ਜੀ, ਅਤੇ ਇੱਕ ਦਾ ਨਾਂ ਗੋਲੂ ਸੀਗਾ ਜੀ। ਭਾਲੂ ਕਹਿੰਦੇ ਨੇ, ਭਾਲੂ ਜੀ। ਇੱਕ ਦਾ ਨਾਂ ਬੜਾ ਮੁੰਡੇ ਦਾ ਨਾਂ ਅਮਨ ਜੀ।
ਹੁਣ ਤੁਸੀਂ ਉਹਦੇ ਹਸਪਤਾਲ 'ਚ ਜਦੋਂ ਦੇ ਪਏਗੇ ਪੁਲਿਸ ਵਾਲੇ ਤੁਹਾਡੇ ਕੋਈ ਬਿਆਨ ਲੈਣ ਆਏ ਨੇ? ਬਿਆਨ ਲੈ ਕੇ ਭੱਗ ਗਏ ਜੀ ਉਹ। ਅੱਜ 4 ਦਿਨ ਹੋ ਗਏ ਜੀ। ਕੋਈ ਕਾਰਵਾਈ ਕੀਤੀ? ਨਹੀਂ, ਕੋਈ ਕਾਰਵਾਈ ਨਹੀਂ ਹੋਈ ਜੀ। ਠੀਕ ਆ ਜੀ। ਉਸ ਤੋਂ ਬਾਅਦ ਮੇਰੇ ਸਹੁਰਿਆਂ ਵੱਲੋਂ ਧਮਕੀ ਆਉਂਦੀ ਹੈ ਜੀ, ਤੇ ਕਹਿੰਦੇ ਤੈਨੇ ਕਹਿੰਦਾ ਜੇ ਮੇਰੇ ਮੁੰਡਿਆਂ ਨਾਮ ਕਢਾਇਆ, ਕਹਿੰਦਾ ਤੈਨੂੰ ਅੱਗ ਲਾ ਕੇ ਫੂਕ ਦਾਂਗੇ ਤੈਨੂੰ। ਤੁਹਾਡੇ ਬਾਲ ਬੋਲ ਵੀ ਪੱਟੇ ਨੇ? ਹਾਂ ਜੀ, ਆਹ ਬਾਲ ਪੱਟੇ ਨੇ ਜੀ, ਮੇਰੀ ਪੱਗ ਲਾਹੀ ਹੈ ਜੀ, ਆਤੀ ਜੀ। ਜਦ ਮੈਂ ਜੂੜਾ ਬਾਲ ਇਕੱਠੇ ਕਰੇ, ਮੇਰਾ ਬਾਲ ਫੜ ਕੇ ਜੀ ਘੜੀਸ ਕੇ ਪੱਗ ਲਾਹੀ ਹੈ ਮੇਰੀ ਇਹਨਾਂ ਨੇ। ਜਦ ਮੈਂ ਜੂੜਾ ਕਰਿਆ ਜੀ, ਉਦੋਂ ਬਾਅਦ ਇਹਦੇ ਬਾਲ ਨਿਕਲੇ, ਮੈਂ ਬਾਲ ਜਦੇ ਸਾਂਭ ਲਏ। ਮੈਂ ਬੇਅਦਬੀ ਨਹੀਂ ਕਰਨੀ, ਦੂਜੇ ਬੰਦੇ ਨੇ ਪੱਟੇ ਨੇ ਜੀ। ਠੀਕ ਹੈ। ਕੀ ਮੰਗ ਕਰਦੇ ਹੋ ਤੁਸੀਂ? ਮੈਂ ਸਰਕਾਰ ਤੋਂ ਇਹੀ ਮੰਗ ਕਰਦਾ ਜੀ, ਮੈਨੂੰ ਇਨਸਾਫ ਚਾਹੀਦਾ ਜੀ। ਮੈਂ ਹੱਥ ਬੰਨ੍ਹ ਕੇ ਬੇਨਤੀ ਆ, ਮੇਰੇ ਘਰੇ ਜਾ ਕੇ ਦੇਖ ਲਓ, ਮੇਰੇ 3 ਜਵਾਕ ਨੇ ਛੋਟੇ ਛੋਟੇ। ਠੀਕ ਆ ਜੀ, ਸਿਧਰੇ ਜਵਾਕ ਨੇ। ਮੇਰੀ ਕੁੜੀ ਵਿਚਾਰੀ ਅੱਖ ਤਾਂ ਉਹਦੀ ਖਰਾਬ ਆ, ਕੰਨ ਆ ਜੀ ਉਹਦਾ ਤਾਂ ਆਪਰੇਸ਼ਨ ਹੋਣ ਵਾਲਾ। ਕੋਠੇ 'ਤੇ ਮੈਥੋਂ ਮਿੱਟੀ ਨਹੀਂ ਹਾਲ ਤੱਕ ਪਈ। ਇਹਨਾਂ ਨੇ ਮੇਰੇ ਨਾਲ ਐਂ ਵੀ ਇਹਨੂੰ ਮਾਰਨੀ ਆ, ਮੇਰਾ ਘਰ ਖਰਾਬ ਇਹੀ ਕਰ ਦੇਣੀ ਪਰਮਜੀਤ ਹੋਰੀ। ਨਹੀਂ, ਜਿਹੜਾ ਬੰਦਾ ਤੇਰੇ ਘਰ ਵਾਲੇ ਨਾਲ ਗਲਤ ਹੈਗਾ, ਉਹਦਾ ਕੀ ਰੋਲ ਹੈਗਾ ਲੜਾਈ 'ਚ? ਉਹਦਾ ਰੋਲ ਜੀ ਇਹ ਘਰ ਖਰਾਬ ਕਰਦੇ ਨੇ, ਉਹਨੂੰ ਸਹਿ ਦਿੰਦੇ ਨੇ ਜੀ। 7-8 ਵਾਰੀ ਮੈਂ ਜਨਾਨੀ ਆਪਦੀ ਫੋਨ 'ਤੇ ਫੜ ਲਈ ਜੀ। ਅੱਜ ਘੱਟੋ ਘੱਟ 20 ਦਿਨ ਪਹਿਲਾਂ ਦੀ ਗੱਲ ਆਈ, 1 ਮਹੀਨੇ 'ਚ ਮੈਂ 3 ਵਾਰੀ ਫੋਨ ਫੜ ਲਿਆ ਜੀ। ਤੁਸੀਂ ਦੇਖ ਲਓ ਜੀ ਮੈਂ ਕਿੰਨਾ। ਉਹਨੇ ਤੁਹਾਡੇ ਤੇ ਵੀ ਦਰਖਾਸਤ ਦਿੱਤੀ ਹੈ? ਦਰਖਾਸਤ ਦਿੱਤੀ ਹੈ ਜੀ, ਹਾਂਜੀ। ਉਹ ਕਹਿੰਦੀ ਤੁਹਾਨੂੰ ਕਚੂੰਬਰ ਕੋਰਟ 'ਚ ਖਿੱਚੂੰਗੀ। ਉਹਦਾ ਤਾਇਆ ਮੈਨੂੰ ਧਮਕੀਆਂ ਦਿੰਦਾ ਜੀ। ਕਾਹਦਾ ਕੇਸ ਕਰਾਉਣ ਨੂੰ ਫਿਰਦੇ? ਉਹ ਕਹਿੰਦੇ ਵੀ ਕੁੱਟਿਆ ਮਾਰਿਆ ਜੀ। ਉਲਟਾ ਤਾਂ ਮੈਨੂੰ ਕੱਟ ਵੱਢ ਕੇ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਦਾਖਲ ਹੋਇਆ ਉਹ ਵੀ ਪੰਮੇ ਨੇ ਸੱਟਾਂ ਮਾਰੀਆਂ, ਪੰਮੇ ਨੇ ਪਰਮਜੀਤ ਨੇ ਕਹਿ ਕੇ ਜੀ ਉਹਨਾਂ ਨੂੰ ਉੱਥੇ ਪਰਚਾ ਪਵਾਈ ਮੇਰੇ 'ਤੇ। ਉਰੇ ਹਲੇ ਆਪਣੇ ਜਿਹੜਾ ਜਨਾਨੀ ਕੇਸ ਆਪਣਾ ਥਾਣੇ 'ਚ ਬਣਿਆ ਹੋਇਆ ਸਮਝੌਤੇ ਵਾਲਾ, ਉੱਥੋਂ ਹਾਜਪੁਰ ਸੈੱਲ, ਉੱਥੇ ਹਲੇ ਉਹਨਾਂ ਨੇ ਬੁਲਾਇਆ ਨਹੀਂ ਗਾ ਜੀ। ਅਤੇ ਉਹਨਾਂ ਨੇ ਜਾ ਕੇ ਉੱਥੇ ਇੱਕ ਮੇਰੇ 'ਤੇ ਕੇਸ ਕਰੇ ਜੀ, ਕਚੂੰਬਰ ਕੋਰਟ 'ਚ ਜੀ। ਠੀਕ ਆ ਜੀ। ਅਤੇ ਉਦੋਂ ਬਾਅਦ ਹੀ ਇਹ ਮੈਨੂੰ ਕਿਸੇ ਨੂੰ ਭੇਜਦਾ, ਕਿਤੇ ਕਿਸੇ ਨੂੰ ਭੇਜਦਾ। ਕਹਿੰਦਾ ਉਹਨੂੰ ਕਹਿ ਦੇ ਵੀ ਸਮਝੌਤਾ ਕਰ ਲੂ, ਨਹੀਂ ਮੈਂ ਮਾਰ ਦੂੰ। ਤੁਸੀਂ ਕੀ ਮੰਗ ਕਰਦੇ ਹੋ? ਮੈਂ ਤਾਂ ਇਹੀ ਮੰਗ ਕਰਦਾ ਜੀ, ਮੈਨੂੰ ਇਨਸਾਫ ਚਾਹੀਦਾ ਜੀ। ਕਿਸ ਤਰ੍ਹਾਂ ਦਾ ਇਨਸਾਫ? ਇਨਸਾਫ ਇਹ ਚਾਹੀਦਾ ਜੀ ਵੀ ਜਿਹੜੇ ਤਾਂ ਹੁਣ ਉਹਨਾਂ ਚੰਡੀਗੜ੍ਹ ਵਾਲਿਆਂ ਦਾ ਕੇਸ ਆ ਜੀ। ਠੀਕ ਹੈ ਜੀ, ਉਹਨੂੰ ਉਰੇ ਬੁਲਾਉਣ, ਆਪਾਂ ਉਹ ਤੋਂ ਵੀ ਪੁੱਛ ਪੜਤਾਲ ਕਰਾਂਗੇ ਇਹਨਾਂ ਸਾਹਮਣੇ ਵੀ ਮੇਰਾ ਹੁਣ ਉਰੇ ਮੈਂ ਬੈਠਾ ਹੀ, ਮੈਂ ਦਿਹਾੜੀ ਕਰਦੇ, ਮੈਂ ਤਾਜ਼ਾ ਕਮਾਉਣਾ ਜੀ, ਤਾਜ਼ਾ ਖਾਣਾ। ਮੇਰੇ ਸਿਰ 'ਤੇ ਬਾਪ ਨਹੀਂ ਗਾ ਜੀ। ਠੀਕ ਆ ਜੀ। 3 ਜਵਾਕ ਨਹੀਂ, ਮੇਰੀ ਮਾਂ ਸਿਧਰੀ ਆ ਜੀ। ਮੇਰੀ ਮਾਂ ਨੂੰ ਕੁੰਡਾ ਲਾ ਕੇ ਬਾਹਰੋਂ ਇਹ ਮੇਰੀ ਬਹੂ ਜਾਂਦੀ ਸੀਗੀ। ਮੇਰੀ ਮਾਂ ਨੂੰ ਕਹਿੰਦੀ ਚੁੱਪ ਕਰਕੇ ਬੈਠ ਜਾ, ਬੋਲੀ ਨਾ। ਸਾਰਾ ਮਹੱਲੇ ਨੂੰ ਪਤਾ ਜੀ ਵੀ ਮੇਰੀ ਬਹੂ ਦੇ ਕਹੇ ਸੰਬੰਧ ਨੇ। ਠੀਕ ਹੈ ਜੀ। ਮੈਂ ਤਾਂ ਘਰੇ ਜਾ ਕੇ ਦੇਖੋ, ਕਿਸੇ ਚੀਜ਼ ਦੀ ਸੌਦੇ ਦੀ ਕਿਸੇ ਹੋਰ ਦੀ ਘਾਟ ਹੋਵੇ, ਉੱਪਰੋਂ ਮੇਰੇ ਤੋਹਮਤਾਂ ਲਾਉਂ, ਤੂੰ ਨਸ਼ਾ ਕਰਦਾ, ਤੂੰ ਗੋਲੀਆਂ ਖਾਨਾ। ਤੂੰ ਕਰਦਾ ਨਹੀਂ ਨਸ਼ਾ ਕਿਤੇ? ਨਾ ਜੀ, ਮੈਂ ਪਹਿਲਾਂ ਭੁੱਕੀ ਖਾਂਦਾ ਸੀਗਾ, ਅਤੇ ਹੁਣ ਮੈਨੇ ਕਾਰਡ ਬਣਵਾਇਆ ਹੋਇਆ ਆਪਣੇ ਉੱਥੋਂ ਸਰਕਾਰੀ ਸੈਂਟਰ 'ਚੋਂ। ਠੀਕ ਆ ਜੀ। ਉਹ ਵੀ ਮੈਨੇ ਬੰਦ ਕਰਿਆ ਹੋਇਆ ਜੀ। ਉੱਥੋਂ ਤੁਸੀਂ ਡਾਟਾ ਕਢਵਾ ਸਕਦੇ ਹੋ ਵੀ ਕਿੰਨਾ ਟਾਈਮ ਤੋਂ ਨਹੀਂ ਇਹਨੇ ਗੋਲੀ ਲੱਤੀ ਜੀ। ਮੈਂ ਛਾਬੜੇ ਤੋਂ ਹੁਣ ਦਵਾਈ ਲੈਂਦਾ ਜੀ, ਮੈਨੂੰ 2 ਮਹੀਨੇ ਹੋ ਗਏ ਟੀਕੇ ਲਵਾਉਂਦੇ ਨੂੰ ਜੀ। ਮੈਂ ਨਸ਼ਾ ਵੀ ਬਿਲਕੁਲ ਬੰਦ ਕਰ ਰੱਖਿਆ ਜੀ। ਫਿਰ ਵੀ ਦੇਖ ਲਓ ਤੁਸੀਂ 2 ਮਹੀਨਿਆਂ 'ਚ ਤੇ ਨਾਲ 3 ਵਾਰੀ ਫੋਨ ਫਾਈ ਮੈਨੇ ਵੀ ਬੰਦਾ ਆਪਦੀਆਂ ਗੱਲ ਸੁਧਾਰਦਾ, ਜਨਾਨੀ ਸੁਧਾਰਦੀ ਨਹੀਂ, ਉਲਟ 'ਤੇ ਇਲਜ਼ਾਉਂਦੇ ਨੇ ਜੀ ਇਹ। ਮੈਂ ਗਰੀਬ ਬੰਦਾ ਜੀ, ਮੈਂ ਹੱਥ ਬੰਨ੍ਹ ਕੇ ਇਹੀ ਬੇਨਤੀ ਆ। ਦੇਖੋ, ਪਹਿਲਾ ਨੰਬਰ ਮੇਰੀ ਪੱਗ ਦੀ ਬੇਅਦਬੀ ਹੋਈ ਆ, ਇਹ ਤਾਂ ਸਾਰੇ ਸਰਕਲ ਦੇ ਪਿੱਛੇ ਨੇ ਜੀ। ਮੇਰੀ ਜਿਹੜੀ ਪੱਗ ਦੀ ਬੇਅਦਬੀ ਹੋਈ ਆ, ਮੈਂ ਖੁੰਦਕ ਇਸੇ ਗੱਲ ਤੋਂ ਚੜੀ, ਮੇਰੇ ਕੇਸ ਪੱਟੇ ਗਏ ਨੇ ਜੀ। ਦੂਜੇ ਪਾਸੇ ਜਦੋਂ ਇਸ ਮਾਮਲੇ ਸੰਬੰਧੀ ਪਰਮਜੀਤ ਸਿੰਘ ਪੰਮਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸਨੇ ਕੈਮਰੇ ਅੱਗੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰਦਿਆਂ ਆਪਣੇ ਆਪ ਅਤੇ ਆਪਣੇ ਲੜਕਿਆਂ ਨੂੰ ਬੇਕਸੂਰ ਦੱਸਿਆ। ਸੋ ਇਸੇ ਮਾਮਲੇ ਸੰਬੰਧੀ ਜਦੋਂ SHO ਸਿਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸ਼ਿਕਾਇਤ ਦਰਜ ਤੋਂ ਬਾਅਦ ਪੀੜਤ ਦੇ ਬਿਆਨ ਲੈਣ ਲਈ ਟੀਮ ਨੂੰ ਭੇਜਿਆ ਗਿਆ, ਪਰ ਕਈ ਮਹੱਤਵਪੂਰਨ ਬੰਦਿਆਂ ਨੇ ਕਿਹਾ ਕਿ ਇਹਨਾਂ ਦਾ ਆਪਸੀ ਘਰੇਲੂ ਝਗੜਾ ਹੈ ਅਤੇ ਅਸੀਂ ਆਪੇ ਰਾਜੀਨਾਮਾ ਕਰਵਾ ਦੇਵਾਂਗੇ। ਪਰ 4 ਦਿਨ ਬੀਤ ਜਾਣ ਦੇ ਬਾਵਜੂਦ ਵੀ ਕੋਈ ਸਮਝੌਤਾ ਨਹੀਂ ਹੋਇਆ ਅਤੇ ਨਾ ਹੀ ਪੁਲਿਸ ਨੇ ਕੋਈ ਠੋਸ ਕਾਰਵਾਈ ਕੀਤੀ ਹੈ। A1 ਮੀਡੀਆ ਲਈ ਸੰਗਰੂਰ ਤੋਂ ਜਗਤਾਰ ਬਾਵਾ ਦੀ ਖਾਸ ਰਿਪੋਰਟ।